ਅਲਜੀਰੀਆ ਵਿੱਚ ਫਸੇ ਇਹ ਪੰਜਾਬੀ ਆਪਣੀ ਤਰਾਸਦੀ ਬਿਆਨ ਕਰ ਰਹੇ ਹਨ। ਏਜੰਟਾਂ ਨੇ ਵਿਦੇਸ਼ਾਂ 'ਚ ਡਾਲਰ ਕਮਾਉਣ ਦੇ ਵੱਡੇ ਸਬਜ਼ ਬਾਗ ਵਿਖਾਏ, ਪਰ ਹੁਣ ਜਦੋਂ ਜ਼ਮੀਨੀ ਹਕੀਕਤ ਨਾਲ ਵਾਬਸਤਾ ਹੋਏ ਹਨ ਤਾਂ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਹੈ। ਇਹਨਾਂ ਦਾ ਕਹਿਣਾ ਹੈ ਕਿ ਉਹ ਸਾਰੇ ਗੜਸ਼ੰਕਰ ਦੇ ਧਿਆਨ ਸਿੰਘ ਨਾਮੀ ਏਜੰਟ ਰਾਹੀਂ ਇੱਥੇ ਆਏ ਸਨ ਅਤੇ ਉਸਨੇ ਸਾਨੂੰ ਇਸ ਚਾਈਨੀ ਕੰਪਨੀ ਵਿੱਚ ਕੰਮ ਦਿਵਾਇਆ। ਇਸ ਬਦਲੇ ਸਾਡੇ ਤੋਂ 2-2 ਲੱਖ ਰੁਪਏ ਵਸੂਲੇ ਗਏ, ਪਰ ਇੱਥੇ ਉਹਨਾਂ ਦਾ ਮਾੜਾ ਹਾਲ ਹੈ। ਉੱਪਰੋਂ ਮਹਾਮਾਰੀ ਦਾ ਦੌਰ ਹੈ, ਇਸ ਲਈ ਹਾਲਾਤ ਇੱਥੇ ਬੇਹੱਦ ਔਖੇ ਬਣੇ ਹੋਏ ਹਨ। ਇਸ ਛੋਟੇ ਜਿਹੇ ਸ਼ੈੱਡ ਵਿੱਚ ਇਹਨਾਂ ਨੂੰ ਭਰ ਦਿੱਤਾ ਗਿਆ ਹੈ ਅਤੇ ਇਹਨਾਂ ਦਾ ਕਹਿਣਾ ਹੈ ਕਿ ਪੀਣ ਵਾਲੇ ਪਾਣੀ ਤੋਂ ਲੈ ਕੇ ਤੇ ਹਰ ਤਰ੍ਹਾਂ ਦੀ ਦਿੱਕਤ ਹੈ। ਉਹ ਏਜੰਟਾਂ ਨੂੰ 2-2 ਲੱਖ ਰੁਪਏ ਵਿਆਜ ਤੇ ਚੁੱਕ ਕੇ ਦੇ ਕੇ ਆਏ ਹਨ, ਪਰ ਇੱਥੇ ਕੰਪਨੀ ਤੋਂ ਉਹਨਾਂ ਨੂੰ 10,000 ਰੁਪਏ ਪ੍ਰਤੀ ਮਹੀਨਾ ਤਨਖਾਹ ਮਿਲ ਰਹੀ ਹੈ। ਜਿਸ ਦਿਨ ਕੰਮ ਨਹੀਂ ਉਸ ਦਿਨ ਤਨਖਾਹ ਨਹੀਂ। ਉਹ ਕਿਵੇਂ ਆਪਣਾ ਘਰ ਚਲਾਉਣ ਅਤੇ ਕਿਵੇਂ ਆਪਣੇ ਘਰ ਵਾਪਸ ਖਰਚਾ ਭੇਜਣ ਅਤੇ ਉੱਪਰੋਂ ਚੁੱਕੇ ਹੋਏ ਕਰਜ਼ ਨੂੰ ਕਿਵੇਂ ਮੋੜਨਾ ਹੈ, ਉਹਨਾਂ ਦੇ ਸਾਹਮਣੇ ਇਹ ਵੱਡੀ ਚਿੰਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਐਗਰੀਮੈਂਟ ਵਿੱਚ ਤਾਂ ਕੰਪਨੀ ਨੇ ਬਹੁਤ ਦਾਅਵੇ ਕੀਤੇ ਸੀ, ਪਰ ਹੁਣ ਉਹਨਾਂ ਨੂੰ ਕੋਈ ਵੀ ਸਹੂਲਤ ਨਹੀਂ ਦੇ ਰਹੀ। ਜਾਨਵਰਾਂ ਵਾਂਗ ਕੰਮ ਲਿਆ ਜਾਂਦਾ ਹੈ, ਮੈਡੀਕਲ ਸਹੂਲਤ ਕੋਈ ਨਹੀਂ। ਇੱਥੇ ਸੁਰੱਖਿਆ ਦਾ ਵੀ ਬੁਰਾ ਹਾਲ ਹੈ, ਲੁੱਟ ਖੋਹ ਆਮ ਹੈ। ਸਾਡੇ ਕਈ ਬੰਦੇ ਇੱਥੋਂ ਦੇ ਸਥਾਨਕ ਵਾਸੀਆਂ ਦੇ ਹਮਲੇ ਦੇ ਸ਼ਿਕਾਰ ਹੋਏ ਹਨ। ਕੰਪਨੀ ਦਾ ਕਹਿਣਾ ਹੈ ਕਿ ਉਹਨਾਂ ਦੀ ਜ਼ਿੰਮੇਵਾਰੀ ਨਹੀਂ, ਆਪਣੀ ਸੁਰੱਖਿਆ ਆਪ ਕਰੋ। ਸਾਡੇ ਵਿੱਚੋਂ ਕੁਝ ਬਿਮਾਰ ਹੋਏ, ਉਹਨਾਂ ਨੂੰ ਚੁੱਕ ਕੇ ਹਸਪਤਾਲ ਪਹੁੰਚਾ ਦਿੱਤਾ, ਜਿਨ੍ਹਾਂ ਨੂੰ ਹੁਣ ਪੈਸੇ ਪੱਲਿਓਂ ਖਰਚ ਕੇ ਉਹ ਵਾਪਸ ਛੁਡਵਾ ਕੇ ਲਿਆਏ। ਉਹਨਾਂ ਦਾ ਕਹਿਣਾ ਹੈ ਕਿ ਇੱਥੇ ਜਾਣ ਦੀ ਕੋਈ ਕੀਮਤ ਨਹੀਂ, ਸਾਨੂੰ ਕਿਸੇ ਵੀ ਹੀਲੇ ਵਾਪਸ ਇੰਡੀਆ ਪਹੁੰਚਾਇਆ ਜਾਵੇ ਅਤੇ ਸਾਨੂੰ ਏਜੰਟਾਂ ਨੂੰ ਸਾਡਾ ਪੈਸਾ ਵਾਪਸ ਦਿਵਾਇਆ ਜਾਵੇ। ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ। ਸਰ ਅਸੀਂ ਇੰਡੀਆ ਤੋਂ ਆਏ ਹੋਏ ਆ, ਸਾਰੇ ਬੰਦੇ ਜਿੰਨੇ ਵੀ ਇੱਥੇ ਇਕੱਠੇ ਹੋਏ ਆ, ਔਰ ਧਿਆਨ ਸਿੰਘ ਰਿਆਦ ਟਰੈਵਲ ਏਜੰਟ ਦੇ ਥਰੂ ਆਏ ਹੋਏ ਆ ਗੜਸ਼ੰਕਰ, ਔਰ ਉਸ ਦਾ ਜਿਹੜਾ ਅੱਗੇ ਏਜੰਟ ਆ MS ਦਿੱਲੀ ਤੋਂ, ਉਸ ਦੇ ਥਰੂ ਆਏ ਹੋਏ ਆ। ਸਰ ਜੋ ਐਗਰੀਮੈਂਟ ਉਸਨੇ ਸਾਨੂੰ ਦਿੱਤਾ ਆ, ਮਤਲਬ ਜਦੋਂ ਸਾਡੀ ਫਲੈਟ ਹੋਣੀ ਸੀਗੀ ਉਸ ਤੋਂ ਮਤਲਬ ਕੁਛ ਟਾਈਮ ਪਹਿਲਾਂ ਦਿੱਤਾ ਆ, ਜੋ ਸਾਨੂੰ ਉਸਨੇ ਬੋਲ ਕੇ ਦੱਸਿਆ। ਔਰ ਫਲੈਟ ਦੇ ਟਾਈਮ ਘੱਟ ਰਹਿਣ ਦੇ ਬਾਵਜੂਦ ਜੋ ਕਿ ਅਸੀਂ ਪੜ੍ਹ ਨਹੀਂ ਪਾਏ, ਜੋ ਸਾਰੇ ਅਸੀਂ ਅਨਪੜ੍ਹ ਕਰਕੇ ਨਹੀਂ ਪੜ੍ਹ ਪਾਏ। ਕੰਪਨੀ ਦੇ ਵਿੱਚ ਕੁਝ ਵੀ ਹੈ ਨਹੀਂ, ਨਾ ਲੈਟਰਿੰਗ ਆ ਨਾ ਬਾਥਰੂਮ ਆ, ਕੁਝ ਨਹੀਂ ਹੈਗਾ। ਅਸੀਂ ਬਹੁਤ ਤੰਗ ਹੋਇਆ ਇੱਥੇ ਕਿ ਸਾਡਾ ਕੋਈ ਨਾ ਕੋਈ ਹਿੱਲਾ ਜ਼ਰੂਰ ਕਰੋ ਜੀ। ਹਾਂਜੀ ਸਰ ਜੀ, ਹਾਂਜੀ ਇੱਥੋਂ ਅਸੀਂ ਆਏ ਹਾਂ ਜੀਰੀਆ, ਤੇ ਸਾਨੂੰ ਇੱਥੇ ਪੰਗੀ ਬਹੁਤ ਆ, ਨਾ ਬਾਥਰੂਮ ਨਾ ਲੈਟਰਿੰਗ ਆ, ਤੇ ਸਾਈਡ ਤੇ ਵੀ ਸਾਨੂੰ ਕੋਈ ਨਹੀਂ ਮਿਲਦਾ, ਨਾ ਪਾਣੀ ਪੀਣ ਨੂੰ, ਤੇ ਬਸ ਕੋਈ ਨਹੀਂ, ਨਾ ਕੋਈ ਸੇਫਟੀ ਆ ਚੜ੍ਹਨ ਵਾਸਤੇ, ਕੋਈ ਕੰਮ ਕਰਨ ਵਾਸਤੇ। ਤੇ ਅਸੀਂ ਬਹੁਤ ਸਾਰੀ ਤੰਗ ਇੱਥੇ ਸਾਨੂੰ ਕਿਸੇ ਤਰ੍ਹਾਂ ਇੰਡੀਆ ਸਾਨੂੰ ਸੱਦ ਲਓ। ਸਾਰਾ ਇੱਥੇ 2-2 ਲੱਖ ਲਾ ਕੇ ਆਏ ਹੋਏ ਆ, ਔਰ ਕੋਈ ਆਪਣਾ ਵਿਆਜ ਤੇ ਪੈਸੇ ਲੈ ਕੇ ਆ ਰਿਹਾ 10% ਤੇ। ਇੱਥੇ ਜਿਹੜੀ ਕੰਪਨੀ ਆ ਉਹ ਆਪਣਾ ਨਵਾਂ ਐਗਰੀਮੈਂਟ ਕੱਢ ਕੇ ਸਾਨੂੰ ਸੈਲਰੀ ਦੇ ਰਹੀ ਆ, ਮਤਲਬ 10 ਤੋਂ 15,000 ਤੱਕ ਸੈਲਰੀ ਦੇ ਰਹੀ ਆ। ਦੱਸੋ ਤੁਸੀਂ ਅਸੀਂ ਆਪਣਾ ਘਰ ਦਾ ਖਰਚਾ ਚਲਾਈਏ ਕਿ ਵਿਆਜ ਦਈਏ ਕਿ ਮੂਲ ਦਈਏ? ਸਰ 7-7 ਦਿਨ ਇੱਥੇ ਮੀਂਹ ਪੈਂਦਾ ਆ, ਉਹਦੇ ਪੈਸੇ ਵੀ ਸਾਨੂੰ ਨਹੀਂ ਦਿੰਦੇ, ਉਹਦੇ ਪੈਸੇ ਵੀ ਸਾਡੇ ਕੱਟੇ ਜਾਂਦੇ ਆ। ਸਾਡੇ ਸਿਰ ਇੰਨਾ ਵਿਆਜ ਚੱਲਦਾ ਆ, वो ਅਸੀਂ ਕਿੱਥੋਂ पूरा करेंगे? 2-2 लाख रुपया ला के आए हैं। 3 महीने पे सैलरी भेजता है हम लोग का। बोलो 3 महीने पे सैलरी भेजता है हम लोग का। जोर से बोलो। घर में भूखे आदमी मर रहे हैं और 3 महीने पे सैलरी भेजेगा तो हम लोग कैसे चलेंगे? ये सब एजेंट हम लोग को बताया नहीं, आने के टाइम पे ये लोग बताया, हम लोग को झूठ बोल के फंसाया है। वो लोग बहुत बुरी तरह से हम लोग फंसे हुए हैं सर। हम लोग का पैसा किसी तरह से निकल जाए, हम लोग इंडिया पहुँच जाए। सर साडी आवाज़ जिथे तक ही पहुँचती होवे, ਸਾਨੂੰ ਕਿਰਪਾ ਕਰਕੇ ਅਲਜੀਰੀਆ ਤੋਂ ਇੰਡੀਆ ਕਿਸੇ ਵੀ ਤਰ੍ਹਾਂ ਪਹੁੰਚਾਇਆ ਜਾ ਸਕੇ ਔਰ ਏਜੰਟਾਂ ਕੋਲੋਂ ਪੈਸੇ ਦਵਾਏ ਜਾਣ ਸਾਨੂੰ। ਇਹ ਸਾਡੇ ਅੱਗੇ ਇੱਕੋ ਹੀ ਐਗਰੀਮੈਂਟ ਰੱਖਦੇ ਪਏ ਆ ਵੀ ਜਦੋਂ ਅਸੀਂ ਇੱਥੋਂ ਰਿਜ਼ਾਈਨ ਦੇਣਾ ਆ, ਰਿਜ਼ਾਈਨ ਦੇਣ ਵੇਲੇ ਸਾਡੇ ਕੋਲੋਂ $2,000 ਇਹਨਾਂ ਨੇ ਲਿਖਿਆ ਹੋਇਆ ਵਾ, ਉੱਤੇ ਅਸੀਂ ਉਹਨਾਂ ਨੂੰ ਪੇ ਕਰਾਂਗੇ ਤਾਂ ਅਸੀਂ ਫੇਰ ਜਾ ਸਕਦੇ ਹਾਂ। ਪਰ ਉਹਦੇ ਇਲਾਵਾ ਜਿਹੜਾ ਐਗਰੀਮੈਂਟ ਦੇ ਉੱਤੇ ਸਾਨੂੰ ਇੰਨਾ ਕੁਝ ਹੋਰ ਲਿਖਿਆ ਗਿਆ, ਉਹ ਸਾਨੂੰ ਕੰਪਨੀ ਕੁਝ ਨਹੀਂ ਦੇ ਰਹੀ। ਨਾ ਸਾਨੂੰ ਸੇਫਟੀ ਸ਼ੂਜ਼, ਵਰਦੀ ਕੁਛ ਨਹੀਂ ਹੋ। ਇੱਥੇ ਸਾਡੀ ਕੋਈ ਸੇਫਟੀ ਨਹੀਂ ਹੋ। 5-6 ਬੰਦੇ ਬਿਮਾਰ ਹੋਏ ਆ, ਚਾਈਨਾ ਵਾਲਿਆਂ ਨੂੰ ਦੱਸਿਆ ਗਿਆ, ਉਹ ਸਾਨੂੰ ਗੱਡੀ ਵਿੱਚ ਬਿਠਾ ਕੇ ਬਿਮਾਰ ਬੰਦਿਆਂ ਨੂੰ ਹਸਪੀਟਲ ਲੈ ਗਏ ਆ। ਉਸ ਤੋਂ ਬਾਅਦ ਅਸੀਂ ਸਾਰੇ ਬੰਦੇ ਪੈਸੇ ਇਕੱਠੇ ਕਰਕੇ ਉਹਨਾਂ ਨੂੰ ਉੱਥੋਂ ਛੁਡਾ ਕੇ ਲੈ ਕੇ ਆਏ ਆ। ਸਾਡੀ ਕੋਈ ਇੱਥੇ ਕੋਈ ਮੈਡੀਕਲ ਨਹੀਂ ਹੋ, ਕੋਈ ਕੁਛ ਨਹੀਂ ਹੋ। ਏਜੰਟਾਂ ਤੱਕ ਵੀ ਇਹ ਗੱਲ ਪਹੁੰਚਾਈ ਸੀ, ਏਜੰਟ ਸਾਨੂੰ ਅੱਗੇ ਤੋਂ ਅੱਗੇ ਐਗਰੀਮੈਂਟ ਨਵੇਂ ਤੋਂ ਨਵਾਂ ਕੱਢ ਕੇ ਦੇ ਰਹੇ ਆ, ਪਰ ਸਾਡੀ ਪਹਿਲਾਂ ਅੱਗੇ ਗੱਲ ਕਹੀ ਗਈ ਆ ਉਹ ਸਾਡੀ ਪੂਰੀ ਨਹੀਂ ਹੋ ਰਹੀ। ਸਾਨੂੰ 15-20 ਦਿਨ ਹੋ ਗਏ ਆ, ਅਸੀਂ ਚਾਈਨੀ ਕੰਪਨੀ ਦੇ ਇੱਥੇ ਕੈਂਪ ਦੇ ਵਿੱਚ ਹੀ ਬੈਠੇ ਹੋਏ ਆ। ਸਾਡਾ ਕੈਂਪ ਦਾ ਇੰਨਾ ਮੰਦਾ ਹਾਲ ਆ, ਗੱਲੇ ਹੀ ਛੱਡ ਦਿਓ। ਬਾਕੀ ਹੋਰ ਇੱਥੇ ਸਾਡੇ ਸਾਰੇ ਬੰਦੇ ਬਹੁਤ ਹੀ ਜ਼ਿਆਦਾ ਪਰੇਸ਼ਾਨ ਆ। ਸਾਰੇ ਇਹ ਚਾਹੁੰਦੇ ਆ ਵੀ ਸਾਨੂੰ ਕਿਸੇ ਤਰ੍ਹਾਂ ਇੰਡੀਆ ਵਾਪਸ ਭੇਜਿਆ ਜਾਵੇ ਤੇ ਏਜੰਟਾਂ ਕੋਲੋਂ ਸਾਨੂੰ ਸਾਡੇ पैसे वापस करवाए जान। अरे इस चोर देश में ऐसा है, चोर एक कला बाहर जा सकता नहीं है, चोर चौको मारते हैं, मोबाइल सेम के 4 बंदे के
कि परेशानी एक लाख जब लकड़ी साथ लगे काम जाएगा, उन्हें कल चोरा मार देंगे, दिन में घूमते हैं वो, रात में कैसे जिए इधर, ये परेशानी है। ਬਹੁਤ ਚੋਰ ਬਜ਼ਾਰੀ ਆ ਇੱਥੇ। ਸਾਡੇ ਕਈਆਂ ਬੰਦਿਆਂ ਦੇ ਕੋਲੋਂ ਮੋਬਾਈਲ ਖੋਏ ਗਏ ਆ, ਉਹਨਾਂ ਦੇ ਚਾਕੂ ਛੁਰੇ ਮਾਰੇ ਗਏ, ਅੱਖਾਂ 'ਚ ਸਪਰੇਅ ਪਾਉਂਦੇ ਆ। ਅਸੀਂ ਰਾਤਾਂ ਨੂੰ ਵੀ ਇੱਥੇ ਜਾ ਕੇ ਰਾਤਾਂ ਕੱਟਦੇ ਆ। ਜੇ ਕੰਪਨੀ ਜਾ ਕੇ ਦੱਸਦੇ ਆ ਗੱਲਬਾਤ, ਤਾਂ ਕੰਪਨੀ ਅੱਗਿਓਂ ਕਹਿੰਦੀ ਆ ਵੀ ਤੁਹਾਡੀ ਆਪਣੀ ਜ਼ਿੰਮੇਵਾਰੀ ਆ, ਤੁਸੀਂ ਆਪਣੀ ਸੇਫਟੀ ਆਪ ਕਰਨੀ ਆ। ਅਸੀਂ ਏਡੀ ਦੂਰੋਂ ਇੱਥੇ ਆਏ ਆ, ਬਗਾਨੇ ਦੇਸ਼ ਦੇ ਵਿੱਚ ਆਏ ਆ, ਅਸੀਂ ਕਿਹਦੇ ਨਾਲ ਲੜੀਏ ਤਾਂ ਕਿਹਨੂੰ ਸੇਫਟੀ ਦਈਏ। ਸਰ ਜਿਵੇਂ ਕਿ ਤੁਹਾਨੂੰ ਪਤਾ ਅਸੀਂ ਚਾਈਨੀ ਕੰਪਨੀ ਦੇ ਵਿੱਚ ਆਏ ਹਾਂ, ਪਹਿਲਾਂ ਹੀ ਅਸੀਂ ਜ਼ਿਕਰ ਕੀਤਾ ਆ। ਸਰ ਬੰਦੇ ਸਾਡੇ ਕੰਮ ਤੇ ਜਾਂਦੇ ਆ, ਉਹ ਸਾਡੀ ਲੈਂਗੁਏਜ ਨਹੀਂ ਸਮਝ ਸਕਦੇ, ਅਸੀਂ ਉਹਨਾਂ ਦੀ ਲੈਂਗੁਏਜ ਨਹੀਂ ਸਮਝ ਸਕਦੇ। ਸਰ ਉਹ ਇਸ ਕਾਰਨ ਕਰਕੇ ਗੁੱਸੇ 'ਚ ਆਣ ਕੇ ਸਾਡੇ ਬੰਦਿਆਂ ਤੇ ਸੀਮੈਂਟ ਦੀਆਂ ਬਾਲਟੀਆਂ ਵੀ ਸਿੱਟ ਦਿੰਦੇ ਆ। ਬੰਦੇ ਸਾਡੇ ਬਹੁਤ ਪਰੇਸ਼ਾਨ ਆ, ਕਿਸੇ ਨਾ ਕਿਸੇ ਤਰੀਕੇ ਸਾਨੂੰ ਇੱਥੋਂ ਕੱਢਿਆ ਜਾਵੇ। ਸਾਡੀ ਤੁਹਾਡੇ ਅੱਗੇ ਇਹੀ ਬੇਨਤੀ ਆ ਕਿ ਸਾਨੂੰ ਜਲਦੀ ਤੋਂ ਜਲਦੀ ਇੰਡੀਆ ਪਹੁੰਚਾਇਆ ਜਾਵੇ। ਸਾਡੀ ਤੁਹਾਡੇ ਅੱਗੇ ਇਹੀ ਬੇਨਤੀ ਆ। ਪ੍ਰਵਾਸੀ ਪੰਜਾਬੀ ਹਰਨੇਕ ਸਿੰਘ ਰੰਧਾਵਾ ਇਹਨਾਂ ਦੇ ਹੱਕ ਵਿੱਚ ਨਿੱਤਰੇ ਹਨ। ਉਹਨਾਂ ਨੇ ਹੀ ਇਹਨਾਂ ਦੀ ਆਵਾਜ਼ ਨੂੰ ਪੂਰੀ ਦੁਨੀਆ ਤੱਕ ਪਹੁੰਚਾਇਆ ਹੈ। ਉਹਨਾਂ ਨੇ ਮੁੱਖ ਮੰਤਰੀ ਕੈਪਟਨ ਨੂੰ ਵੀ ਅਪੀਲ ਕੀਤੀ ਹੈ ਕਿ ਇਹਨਾਂ ਨੂੰ ਕਿਸੇ ਵੀ ਹੀਲੇ ਇੱਥੋਂ ਕੱਢਿਆ ਜਾਵੇ। 4-5 ਮਹੀਨੇ ਤੋਂ ਇੱਥੇ ਇਸੇ ਤਰ੍ਹਾਂ ਹੀ ਫਸੇ ਹੋਏ ਹਨ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਖੁਦ ਆਪਣੇ ਪੱਧਰ ਉੱਪਰ ਦਬਾਅ ਬਣਾਇਆ ਜਾ ਰਿਹਾ ਹੈ, ਜਿਸ ਦਾ ਅਸਰ ਹੈ ਕਿ ਅਲਜੀਰੀਆ ਵਿੱਚ ਭਾਰਤੀ ਅੰਬੈਸੀ ਤੋਂ ਅਧਿਕਾਰੀਆਂ ਨੇ ਚਾਈਨੀ ਕੰਪਨੀ ਨਾਲ ਸੰਪਰਕ ਸਾਧਿਆ ਹੈ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹਰਨੇਕ ਸਿੰਘ ਰੰਧਾਵਾ ਹੈ ਔਰ ਆਪ ਜੀ ਦੇ ਚੈਨਲ ਦੇ ਮਾਧਿਅਮ ਰਾਹੀਂ ਜੋ ਸਾਡੇ ਵੀਰ ਇਹ ਆਲਮੋਸਟ 30-35 ਵੀਰ ਜੋ ਅਲਜੀਰੀਆ ਦੇ ਵਿੱਚ ਫਸੇ ਨੇ, ਉਹਨਾਂ ਦੀ ਜੋ ਤਕਲੀਫ ਹੈ ਉਹ ਆਪ ਦੇ ਚੈਨਲ ਦੇ ਰਾਹੀਂ ਅਸੀਂ ਪੰਜਾਬ ਸਰਕਾਰ ਤੱਕ ਪਹੁੰਚਾਉਣਾ ਚਾਹੁੰਦੇ ਹਾਂ, ਇੰਡੀਆ ਸਰਕਾਰ ਤੱਕ ਪਹੁੰਚਾਉਣਾ ਚਾਹੁੰਦੇ ਹਾਂ। ਇਹ ਜਿਹੜੇ ਵੀਰ ਨੇ ਇਹ ਅਲਜੀਰੀਆ ਦੇ ਵਿੱਚ ਫਸੇ ਹੋਏ ਨੇ ਔਰ ਇਹਨਾਂ ਨੂੰ ਧਿਆਨ ਸਿੰਘ ਨਾਮ ਦੇ ਕਿਸੇ ਏਜੰਟ ਨੇ, ਜੋ ਕਿ ਗੜਸ਼ੰਕਰ ਦਾ ਰਹਿਣ ਵਾਲਾ ਹੈ ਔਰ ਉਹਦਾ ਕੋਈ ਅੱਗੇ ਕੁਲੀਕ ਹੈ, ਕੋਈ ਉਹਦਾ ਅੱਗੇ ਸਹਿਯੋਗੀ ਹੈ ਦਿੱਲੀ ਦੇ ਵਿੱਚ, ਜਿਨ੍ਹਾਂ ਦੋਨਾਂ ਨੇ ਮਿਲ ਕੇ ਇਹਨਾਂ ਨੂੰ ਅਲਜੀਰੀਆ ਦੇ ਵਿੱਚ ਕਿਸੇ ਚਾਈਨੀਜ਼ ਕੰਪਨੀ ਦੇ ਵਿੱਚ ਫਸਾਤਾ ਹੈ। ਕੰਪਨੀ ਦੇ ਹਾਲਾਤ ਬਹੁਤ ਮਾੜੇ ਨੇ। ਇਹਨਾਂ ਦਾ ਰਹਿਣ ਖਾਣ ਪੀਣ ਦਾ ਜੋ ਹਾਲਾਤ ਹੈ ਬਹੁਤ ਬੁਰਾ ਹਾਲ ਹੈ। ਸੋ ਨਾ ਉੱਥੇ ਟੋਇਲਟਸ ਵਗੈਰਾ ਦਾ ਇੰਤਜ਼ਾਮ ਹੈ, ਨਾ ਰਹਿਣ ਦਾ, ਨਾ ਖਾਣ ਪੀਣ ਦਾ, ਈਵਨ ਕਿ ਚੁੱਲ੍ਹੇ ਤੱਕ ਨਹੀਂ ਹੈਗੇ ਔਰ ਲੱਕੜਾਂ ਬਾਲ ਕੇ ਤੇ ਇਹ ਆਪਣਾ ਜੋ ਹੈ ਉਹ ਖਾਣਾ ਪਕਾ ਰਹੇ ਨੇ ਔਰ ਹਾਲਾਤ ਵੱਧ ਤੋਂ ਬੱਤਰ ਹੋ ਰਹੇ ਜਾ ਰਹੇ ਨੇ। ਕਰੀਬ ਪਿਛਲੇ 3-4 ਮਹੀਨਿਆਂ ਤੋਂ ਇਹਨਾਂ ਨੂੰ ਕੋਈ ਤਨਖਾਹ, ਕੋਈ ਸੈਲਰੀ ਵੀ ਨਹੀਂ ਮਿਲੀ। ਸੋ ਪਿਛਲੇ ਕੁਝ ਦਿਨਾਂ ਤੋਂ ਅਸੀਂ ਖੁਦ ਜੋ ਮੇਰਾ ਗਰੁੱਪ ਹੈ ਹਰਨੇਕ ਰੰਧਾਵਾ ਹੈਲਪਲਾਈਨ ਕੈਨੇਡਾ, ਅਸੀਂ ਸਾਰੇ ਮਿਲ ਕੇ ਸਾਰੇ ਜੋ ਵੀਰ ਹੈਗੇ ਆ ਆਪਣਾ ਟਵਿੱਟਰ 'ਤੇ ਕੈਂਪੇਨਿੰਗ ਕਰਕੇ ਔਰ ਈਮੇਲਸ ਵਗੈਰਾ ਅੰਬੈਸੀ ਨੂੰ ਕਰਕੇ ਸੋ ਪ੍ਰੈਸ਼ਰ ਬਿਲਡਅਪ ਕੀਤਾ ਹੈ। ਜਿਹੜੀ ਇੰਡੀਆ ਦੀ ਅੰਬੈਸੀ ਹੈ ਅਲਜੀਰੀਆ ਦੇ ਵਿੱਚ, ਉਹ ਵੀ ਇਸ ਟਾਈਮ ਨਾਲ ਆ ਕੇ ਤੇ ਥੋੜ੍ਹਾ ਬਹੁਤ ਗੱਲਬਾਤ ਕਰ ਰਹੀ ਹੈ ਇਸ ਚਾਈਨੀਜ਼ ਕੰਪਨੀ ਨਾਲ, ਤਾਂ ਕਿ ਇਹਨਾਂ ਦੀ ਬੇਸਿਕ ਰਿਕੁਆਇਰਮੈਂਟਸ ਜਿਹੜੀਆਂ ਨੇ ਫਿਲਹਾਲ ਪੂਰੀਆਂ ਹੋ ਸਕਣ। ਬਾਕੀ ਸਾਡੇ ਗਰੁੱਪ ਦੀ ਤਰਫੋਂ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕੈਪਟਨ ਅਮਰਿੰਦਰ ਸਿੰਘ ਜੋ ਪੰਜਾਬ ਦੇ ਆਪਣੇ ਚੀਫ ਮਿਨਿਸਟਰ ਸਾਹਿਬ ਨੇ, ਮੁੱਖ ਮੰਤਰੀ ਸਾਹਿਬ ਨੇ, ਕਿ ਇਹਨਾਂ ਦੀ ਥੋੜ੍ਹੀ ਜੋ ਹੈ ਸਾਰ ਲਈ ਜਾਵੇ। ਇਹ ਬਹੁਤ ਬੁਰੀ ਕੰਡੀਸ਼ਨ ਦੇ ਵਿੱਚ ਇਸ ਟਾਈਮ ਫਸੇ ਹੋਏ ਨੇ, ਇਹਨਾਂ ਨੂੰ ਉੱਥੋਂ ਕਢਾਇਆ ਜਾਵੇ। ਇਹ ਸਾਰੇ ਹੀ 1.5 2 ਲੱਖ ਰੁਪਈਆ ਦੇ ਕੇ ਵਿਆਜ 'ਤੇ ਪੈਸੇ ਚੱਕ ਕੇ ਫਿਰ ਗਏ ਨੇ। ਸੋ ਅਸੀਂ ਚਾਹੁੰਦੇ ਹਾਂ ਕਿ ਇਹਨਾਂ ਦੀ ਸੁਰੱਖਿਅਤ ਜਿਹੜੀ ਹੈ ਵਾਪਸੀ ਹੋਵੇ ਔਰ ਇਹ ਜਿੱਥੇ ਵੀ ਫਸੇ ਨੇ ਬਿਲਕੁਲ ਠੀਕ ਠਾਕ ਆਪਣੇ ਘਰ ਪਰਿਵਾਰ ਦੇ ਵਿੱਚ ਵਾਪਸ ਆ ਜਾਣ, ਕਿਉਂਕਿ ਇਹ ਸਾਰੇ ਹੀ ਜੋ ਬਾਲ ਬੱਚੇਦਾਰ ਨੇ ਔਰ ਘਰਾਂ ਦੇ ਅੱਜ ਕੱਲ੍ਹ ਜੋ ਹਾਲਾਤ ਨੇ ਆਪ ਸਾਰਿਆਂ ਨੂੰ ਚੰਗੀ ਤਰ੍ਹਾਂ ਪਤਾ ਹੈ। ਸੋ ਸਾਡੀ ਪੰਜਾਬ ਗੌਰਮੈਂਟ ਨੂੰ ਇਹ ਰਿਕੁਐਸਟ ਹੈ ਕਿ ਇਹਨਾਂ ਨੂੰ ਵਾਪਸ ਬੁਲਾਇਆ ਜਾਵੇ, ਬਿਲਕੁਲ ਸੇਫ ਐਗਜ਼ਿਟ ਉੱਥੋਂ ਕੀਤਾ ਜਾਵੇ। ਅਸੀਂ ਚਾਹੁੰਦੇ ਹਾਂ ਕਿ ਜੋ ਇੰਡੀਅਨ ਅੰਬੈਸੀ ਹੈ, ਜੋ ਕਿ ਅਲਜੀਰੀਅਸ ਜੋ ਰਾਜਧਾਨੀ ਹੈ ਉੱਥੇ ਹੈਗੀ ਹੈ, ਉਹ ਇਹਦੇ ਵਿੱਚ ਕੀ ਰੋਲ ਜੋ ਹੈ ਉਹ ਪਲੇ ਕਰਨ ਔਰ ਇਹਨਾਂ ਨੂੰ ਉੱਥੋਂ ਸੇਫ ਐਗਜ਼ਿਟ ਕਰਾ ਕੇ ਇੰਡੀਆ ਭੇਜਿਆ ਜਾਵੇ। ਪਲੱਸ ਜਿਹੜੇ ਇਹ 2 ਏਜੰਟਾਂ ਨੇ ਇਹਨਾਂ ਨੂੰ ਧੋਖੇ ਨਾਲ ਇਹਨਾਂ ਨੂੰ ਧੋਖਾ ਕਰਕੇ ਇਹਨਾਂ ਨੂੰ ਅਲਜੀਰੀਆ ਭੇਜਿਆ ਗਲਤ ਕੰਪਨੀ ਦੇ ਵਿੱਚ, ਇਹ ਆਪਣੇ ਉਸ ਏਜੰਟਾਂ ਤੋਂ ਇਹਨਾਂ ਦੇ ਪੈਸੇ ਵੀ ਕਢਵਾਏ ਜਾਣ। ਸੋ ਇੰਨੀ ਬੇਨਤੀ ਪ੍ਰਵਾਨ ਕਰਨੀ। ਉਮੀਦ ਹੈ ਪੰਜਾਬ ਸਰਕਾਰ ਤੇ ਭਾਰਤ ਸਰਕਾਰ ਇਹਦੇ ਉੱਪਰ ਥੋੜਾ ਗੌਰ ਕਰੇਗੀ। ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਥੈਂਕ ਯੂ। ਰੰਧਾਵਾ ਹੈਲਪਲਾਈਨ ਕੈਨੇਡਾ ਇੱਕ NGO ਪਹਿਲਾਂ ਹੀ ਜ਼ਰੂਰਤਮੰਦਾਂ ਦੀ ਮਦਦ ਕਰ ਰਹੀ ਹੈ। ਇਸ NGO ਨਾਲ ਇਸ ਵੇਲੇ 4000 ਤੋਂ ਵੱਧ ਮੈਂਬਰ ਜੁੜੇ ਹੋਏ ਹਨ। ਇਸ ਤੋਂ ਪਹਿਲਾਂ ਵੀ ਉਹ ਵਿਦੇਸ਼ਾਂ 'ਚ ਫਸੇ ਪੰਜਾਬੀਆਂ ਜਾਂ ਹੋਰ ਤਰ੍ਹਾਂ ਦੇ ਲੋੜਵੰਦਾਂ ਲਈ ਮਦਦ ਕਰ ਚੁੱਕੇ ਹਨ, ਆਵਾਜ਼ ਬਣਦੇ ਰਹੇ ਹਨ। ਇਹ ਪੰਜਾਬੀ ਨੌਜਵਾਨ ਬੇहद ਔਖੇ ਹਾਲਾਤਾਂ ਵਿੱਚ ਹਨ। ਉਮੀਦ ਹੈ ਕਿ ਇਹਨਾਂ ਦੀ ਆਵਾਜ਼ ਜੇ ਸਾਡੇ ਤੁਹਾਡੇ ਤੱਕ ਪਹੁੰਚੀ ਹੈ ਤਾਂ ਸਰਕਾਰਾਂ ਤੱਕ ਵੀ ਪਹੁੰਚੇਗੀ। ਇਹਨਾਂ ਦੀ ਫਰਿਆਦ ਨੂੰ ਸੁਣ ਕੇ ਅਣਸੁਣਿਆ ਨਹੀਂ ਕੀਤਾ ਜਾਵੇਗਾ, ਕੋਈ ਕਦਮ ਪੁੱਟਿਆ ਜਾਵੇਗਾ। ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ। ਤਾਂ ਗਲੋਬ ਐਡਵਾਈਸ ਓਵਰਸੀਜ਼ ਐਜੂਕੇਸ਼ਨ ਤੇ ਇਮੀਗ੍ਰੇਸ਼ਨ ਕੰਪਨੀ ਹੈਗੀ ਹੈ। ਸਾਨੂੰ 35 ਸਾਲ ਦਾ ਐਕਸਪੀਰੀਅੰਸ ਹੈ। ਅਸੀਂ ਬੱਚਿਆਂ ਨੂੰ ਉਹਨਾਂ ਦੇ ਪ੍ਰੋਗਰਾਮ ਸਿਲੈਕਸ਼ਨ ਤੇ ਸਕਾਲਰਸ਼ਿਪਸ ਵਿੱਚ ਹੈਲਪ ਕਰਨੇ ਆ।
ਅਸੀਂ ਬੱਚਿਆਂ ਨੂੰ ਅਪ ਟੂ 50 ਲੱਖ ਤੱਕ ਸਕਾਲਰਸ਼ਿਪਸ ਲੈ ਕੇ ਦਿੱਤੀਆਂ ਹੋਈਆਂ ਨੇ। ਅਸੀਂ ਤੇ ਬੱਚਿਆਂ ਦੇ ਵੀਜ਼ਾ, LORs, SOP 'ਚ ਹੈਲਪ ਕਰਨੇ ਆ ਤੇ ਪੋਸਟ ਲੈਂਡਿੰਗ ਸਰਵਿਸਿਜ਼ ਵਿੱਚ 에ਅਰਪੋਰਟ ਪਿਕਅਪ ਤੇ ਉਹਨਾਂ ਦੀ ਟੈਂਪਰੇਰੀ ਅਕਮੋਡੇਸ਼ਨ ਦਾ ਇੰਤਜ਼ਾਮ ਵੀ ਕਰਨੇ ਹਾਂ।